ਆਲਮੀ ਪੱਧਰ ਉੱਤੇ ਮਨੁੱਖਤਾ ਪਿਛਲੇ 1.5 ਸਾਲ ਤੋਂ ਕਰੋਨਾ ਦੀ ਮਹਾਮਾਰੀ ਨਾਲ ਲਗਾਤਾਰ ਜੂਝ ਰਹੀ ਹੈ। ਇਸ ਮਹਾਮਾਰੀ ਦੇ ਕਾਰਨ ਜਿੱਥੇ ਕਿ ਲਾਕਡਾਊਨ ਲਗਾਉਣਾ ਪੈਂਦਾ ਹੈ ਤੇ ਬਹੁਤ ਸਾਰੇ ਕੰਮਕਾਰ ਬੰਦ ਹੋ ਜਾਂਦੇ ਹਨ, ਉੱਥੇ ਹੀ ਕਰੋਨਾ ਮਰੀਜ਼ਾਂ ਦਾ ਇਲਾਜ ਕਰਵਾਉਣਾ ਵੀ ਇੱਕ ਵੱਡੀ ਚੁਣੌਤੀ ਹੁੰਦੀ ਹੈ। ਇਹ ਸਮੱਸਿਆ ਉਸ ਵੇਲੇ ਹੋਰ ਵੀ ਗਹਿਰਾ ਜਾਂਦੀ ਹੈ ਜਦੋਂ ਬਹੁਤ ਸਾਰੇ ਨਿੱਜੀ ਹਸਪਤਾਲਾਂ ਵੱਲੋਂ ਕਰੋਨਾ ਦੇ ਇਲਾਜ ਦੇ ਨਾਮ ਉੱਪਰ ਬਹੁਤ ਸਾਰੇ ਮਰੀਜ਼ਾਂ ਦੇ ਆਰਥਿਕ ਲੁੱਟ ਕੀਤੀ ਜਾਂਦੀ ਹੈ। ਪਰ ਇਸ ਸਭ ਦੇ ਬਾਵਜੂਦ ਬਠਿੰਡਾ ਦੇ ਵਿੱਚੋਂ ਇੱਕ ਸੁਖਾਵੀਂ ਖਬਰ ਸਾਨੂੰ ਸੁਣਨ ਨੂੰ ਮਿਲ ਰਹੀ ਹੈ। ਬਠਿੰਡਾ ਦੇ ਬਸੰਤ ਵਿਹਾਰ ਸਥਿਤ ਕਿਸ਼ੋਰੀ ਰਾਮ ਹਸਪਤਾਲ ਦੇ ਡਾਕਟਰ ਵਿਤੁਲ ਗੁਪਤਾ ਵੱਲੋਂ ਆਪਣਾ ਹਸਪਤਾਲ ਕਰੋਨਾ ਮਰੀਜ਼ਾਂ ਦੇ ਇਲਾਜ ਦੇ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਡਾਕਟਰ ਵਿਤੁਲ ਗੁਪਤਾ ਵੱਲੋਂ ਮਿਲ ਕੇ ਇੱਥੇ ਕਰੋਨਾ ਮਰੀਜ਼ਾਂ ਦੇ ਲਈ ਇਲਾਜ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਕੋਈ ਵੀ ਫੀਸ ਨਹੀਂ ਰੱਖੀ ਜਾਵੇਗੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਆਓ ਸੁਣੀਏ ਉਹਨਾਂ ਦੀ ਗੱਲਬਾਤ। ਮੁੱਖ ਰੂਪ ਦੇ ਵਿੱਚ ਕਿਹੜੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਤੁਸੀਂ ਇਲਾਜ ਕਰਦੇ ਆ ਰਹੇ ਹੋ? ਮੈਂ 1985 ਦਾ ਜੁੜਿਆ ਹੋਇਆ ਇਸ ਪ੍ਰੈਕਟਿਸ 'ਚ। 89 'ਚ ਮੈਂ MD ਕਰਕੇ ਅਤੇ ਫਿਰ 93 'ਚ ਪ੍ਰੈਕਟਿਸ ਸ਼ੁਰੂ ਕੀਤੀ ਸੀਗੀ। ਅਤੇ ਉਦੋਂ ਦਾ ਮੈਂ ਇੰਟਰਨਲ ਮੈਡੀਸਨ, ਮੈਂ MD ਮੈਡੀਸਨ ਹੈ, ਸੋ ਮੈਂ ਮੈਡੀਸਨ ਦੀਆਂ ਬਿਮਾਰੀਆਂ ਦਾ ਇਲਾਜ ਕਰਦਾ। 3 ਸਾਲ ਤੱਕ ਇਹ ਹੌਸਪੀਟਲ ਅਸੀਂ ਇੰਡੋਰ ਚਲਾਉਂਦੇ ਸੀਗੇ। 3 ਸਾਲ ਤੋਂ ਬਾਅਦ ਅਤੇ 3 ਸਾਲ ਪਹਿਲਾਂ ਅਸੀਂ ਇੰਡੋਰ ਬੰਦ ਕਰਤਾ ਸੀਗਾ ਅਤੇ ਹੁਣ ਇਕੱਲੀ OPD ਪ੍ਰੈਕਟਿਸ ਸੀਗੀ ਜਿਹੜੀ ਅਸੀਂ ਕਰ ਰਹੇ ਸੀਗੇ। ਸੋ ਇਹ ਕਰੋਨਾ 'ਚ ਬਹੁਤ ਜ਼ਿਆਦਾ ਤਕਲੀਫਾਂ ਹੋਈਆਂ। 2020 'ਚ ਅਸੀਂ 60-65 ਕੈਂਪ ਲਗਾਏ ਸੀਗੇ, ਇਹ ਸੋਨੂ ਹੋਰਾਂ ਨਾਲ ਅਤੇ ਇੱਕ ਹੋਰ ਮਿਸਟਰ ਅਨਿਲ ਭੋਲਾ ਹੈਗੇ, ਉਹਨਾਂ ਨਾਲ ਰਲ ਕੇ, ਤਾਂ ਕਿ ਗਰੀਬਾਂ ਦੀ ਕੋਈ ਮਦਦ ਕਰ ਸਕੀਏ, ਜਿਹਦੇ 'ਚ ਅਸੀਂ ਫ੍ਰੀ ਮੈਡੀਸਨ ਅਤੇ ਚੈੱਕਅਪ ਕੀਤਾ ਸੀਗਾ। ਹੁਣ ਜਦੋਂ ਸੈਕਿੰਡ ਵੇਵ ਸ਼ੁਰੂ ਹੋਈ ਹੈ ਤਾਂ ਉਦੋਂ ਬਹੁਤ ਔਖਾ ਟਾਈਮ ਹੈਗਾ ਲੋਕਾਂ ਵਾਸਤੇ, ਕਿਉਂਕਿ ਸਰਕਾਰਾਂ ਨੇ ਪੂਰਾ ਜਿਹੜੇ ਸਰਕਾਰੀ ਹਸਪਤਾਲਾਂ ਉਹਨਾਂ ਨੂੰ ਤਕੜੇ ਨਹੀਂ ਕੀਤਾ, ਉਹਨਾਂ 'ਚ ਬੈੱਡ ਨਹੀਂ ਵਧਾਏ। ਸੋ ਉਹ ਪ੍ਰਾਈਵੇਟ ਹੌਸਪੀਟਲਸ ਦੀ ਵੀ ਆਪਦੀਆਂ ਮਜਬੂਰੀਆਂ ਜਿਹੜਾ ਉਹ ਫ੍ਰੀ ਇਲਾਜ ਨਹੀਂ ਕਰ ਸਕਦੇ, ਖਰਚੇ ਬਹੁਤ ਹੁੰਦੇ ਹੈ। ਸੋ ਇਸ ਉਪਰਾਲੇ ਕਰਕੇ ਸਾਡੇ ਕੋਲ ਵੀ ਬੜੀਆਂ ਆਫਰਸ ਆਈਆਂ ਸੀਗੀਆਂ ਕਿ ਤੁਸੀਂ ਜੀ ਕਿਰਾਏ 'ਤੇ ਦੇ ਦਿਓ, ਜਾਂ ਅਸੀਂ ਇਨਵੈਸਟਮੈਂਟ ਕਰਦੇ ਹਾਂ, ਜਾਂ ਕੋਵਿਡ ਹਸਪਤਾਲ ਸ਼ੁਰੂ ਕਰੋ। ਤਾਂ ਅਸੀਂ ਇੱਕ ਦਿਨ ਬੈਠੇ ਵੈਸੇ ਸਲਾਹ ਕਰ ਰਹੇ ਸੀ ਤਾਂ ਮੇਰੀ ਵਾਈਫ ਡਾਕਟਰ ਸੋਨੀਆ ਨੇ ਕਿਹਾ ਕਿ ਆਪਾਂ ਸੋਨੂ ਹੋਰਾਂ ਨਾਲ ਗੱਲ ਕਰੀਏ ਅਤੇ ਆਪਾਂ ਆਪਣਾ ਹਸਪਤਾਲ ਫ੍ਰੀ ਦਾ ਕੋਵਿਡ ਸੈਂਟਰ ਸ਼ੁਰੂ ਕਰੀਏ। ਅਸੀਂ ਸੋਨੂ ਹੋਰਾਂ ਨਾਲ ਗੱਲ ਕੀਤੀ, ਉਹਨਾਂ ਨੇ ਬਹੁਤ ਹੀ ਜ਼ਿਆਦਾ ਹਿੰਮਤ ਨਾਲ ਅਤੇ ਇੰਥਿਊਜ਼ਾਸਟਿਕਲੀ 5 ਮਿੰਟਾਂ 'ਚ ਹੀ ਆ ਗਏ। ਉਹਨਾਂ ਨਾਲ ਕਦੋਂ ਕੁ ਇਹ ਦਿਮਾਗ ਦੇ ਵਿੱਚ ਆਇਆ ਸੀਗਾ ਤੁਹਾਡੇ? ਇਹ 5-7 ਦਿਨ ਪਹਿਲਾਂ ਦੀ ਹੋਈ ਗੱਲ ਹੈ ਜੀ। ਉਦੋਂ ਹੀ ਸੋਨੂ ਹੋਰੀ ਆ ਗਏ ਸੀਗੇ, ਚਾਕ ਆਊਟ ਹੋ ਗਿਆ ਪਲਾਨ। ਅਗਲੇ ਦਿਨ ਉਹ DC ਸਾਹਿਬ ਨੂੰ ਮਿਲੇ ਸੀ ਤਾਂ DC ਸਾਹਿਬ ਨੇ ਕਿਹਾ ਤੁਸੀਂ ਆਪਣਾ ਸੈਂਟਰ ਤਿਆਰ ਕਰ ਲਓ ਤਾਂ ਸਾਡੀ ਟੀਮ ਆ ਕੇ ਇੰਸਪੈਕਟ ਕਰੇਗੀ, ਕਿਉਂਕਿ ਇਹ ਕੋਵਿਡ ਸੈਂਟਰ ਕੋਈ ਵੀ ਬਿਨਾਂ ਆਥੋਰਾਈਜੇਸ਼ਨ ਦੇ ਨਹੀਂ ਚਲਾ ਸਕਦੇ। ਤਾਂ ਇਹਨਾਂ ਨੇ ਹੁਣ ਸ਼ੁਰੂ ਕਰਤਾ ਹੋਇਆ, ਬੈੱਡ ਬੁੱਡ ਲੱਗ ਗਿਆ ਉੱਤੇ, ਆਕਸੀਜਨ ਦੀ ਪਾਈਪਾਂ ਵਾਸਤੇ ਕਹਿਤਾ ਹੋਇਆ, ਉਹ 1-ਅੱਧੇ ਦਿਨ 'ਚ ਸ਼ੁਰੂ ਹੋ ਜੂਗੀ। ਤਾਂ ਮੋਸਟ ਪ੍ਰੋਬਬਲੀ ਅਸੀਂ 3-4 ਦਿਨਾਂ 'ਚ ਇਹ ਸੈਂਟਰ ਜਿਹੜਾ ਫ੍ਰੀ ਫॉर ਆਲ ਹੋਊਗਾ, ਕੋਈ ਖਰਚਾ ਨਹੀਂ ਹੋਊਗਾ, ਕੋਈ ਖਾਣ ਪੀਣ ਦਾ, ਕੋਈ ਮੈਡੀਸਨ ਦਾ, ਫ੍ਰੀ ਜਿਹੜਾ ਚਲਾਉਣਗੇ। ਉਹ ਸੋਨੂ ਮਹੇਸ਼ਵਰੀ ਦੀ ਜਿਹੜੀ ਨੌਜਵਾਨ ਵੈਲਫੇਅਰ ਐਸੋਸੀਏਸ਼ਨ ਕੋਵਿਡ ਸੈਂਟਰ ਦੇ ਨਾਮ 'ਤੇ ਇਹ ਸਾਡੇ ਹੌਸਪੀਟਲ 'ਚ ਚੱਲੂਗਾ, ਜਿਹਦੇ 'ਚ ਮੈਂ ਆਪਣੀਆਂ ਸੇਵਾਵਾਂ ਫ੍ਰੀ ਆਫ ਕਾਸਟ ਸੋਨੂ ਹੋਰਾਂ ਨੂੰ ਦਊਂਗਾ। ਪਰ ਜਿਹੜੀ ਮੈਨੇਜਮੈਂਟ ਹੋਊਗੀ, ਸਾਰੀ ਰਿਕਰੂਟਮੈਂਟ ਹੈ ਜਾਂ ਜਿਹੜੇ ਡਾਕਟਰ ਨਰਸਾਂ ਰੱਖਣਗੇ, ਉਹ ਸਾਰਾ ਅੰਡਰ ਨੌਜਵਾਨ ਵੈਲਫੇਅਰ ਐਸੋਸੀਏਸ਼ਨ ਦੇ ਅੰਡਰ ਰਹੂਗਾ ਜੀ ਸਾਰਾ ਕੁਝ। ਇਹ ਮੈਡੀਕਲ ਸਟਾਫ ਦੀ ਜੇ ਆਪਾਂ ਗੱਲ ਕਰੀਏ ਤਾਂ ਨਰਸਿਸ ਅਤੇ ਬਾਕੀ ਜਿਹੜਾ ਸਟਾਫ ਤਾਂ ਹੋਊਗਾ, ਅਤੇ ਇਸ ਤੋਂ ਇਲਾਵਾ ਡਾਕਟਰਸ ਦੀ ਜੇ ਗੱਲ ਕਰੀਏ ਤਾਂ ਡਾਕਟਰਸ ਦੇ ਮਾਮਲੇ ਦੇ ਵਿੱਚ ਕੀ ਪ੍ਰਬੰਧ ਕੀਤੇ ਜਾਣਗੇ? ਇਹਦੇ 'ਚ ਸਾਨੂੰ ਜੇ ਅਸੀਂ 15 ਬੈੱਡ ਤੋਂ ਸ਼ੁਰੂ ਕਰਦੇ ਹਾਂ ਤਾਂ 4 ਰੈਜ਼ੀਡੈਂਟ ਡਾਕਟਰਸ ਦੀ ਜ਼ਰੂਰਤ ਪੈਂਦੀ ਹੈ। ਉਹ ਅਸੀਂ 4 ਦੀ ਅੱਗੇ ਰਿਕਰੂਟਮੈਂਟ ਕਰਾਂਗੇ। ਅਸੀਂ ਕਹਿਤਾ ਹੋਇਆ ਪੋਸਟਾਂ ਵਾਸਤੇ, ਤਾਂ ਸਾਡੇ ਕੋਲ ਐਪਲੀਕੇਸ਼ਨਸ ਵੀ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਸੈਂਟਰ ਤਿਆਰ ਹੋਊਗਾ ਉਦੋਂ ਇੰਟਰਵਿਊ ਕਰਕੇ 4 ਰੈਜ਼ੀਡੈਂਟ ਡਾਕਟਰਸ, 8 ਨਰਸਾਂ, ਸਵੀਪਰਸ ਅਤੇ ਵਾਰਡ ਬॉयਜ਼ ਰੱਖ ਕੇ ਪੂਰਾ ਸਟਾਫ, ਜਿਹੜਾ ਵੀ ਗੌਰਮੈਂਟ ਦੀ ਰਿਕੁਆਇਰਮੈਂਟ ਹੋਊਗੀ ਕਿ ਇੰਨਾ ਬੈੱਡ ਵਾਸਤੇ ਇੰਨਾ ਸਟਾਫ ਚਾਹੀਦਾ, ਉਹ ਪੂਰੀ ਗੌਰਮੈਂਟ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਰਕੇ ਹੀ ਅਸੀਂ ਸੈਂਟਰ ਸ਼ੁਰੂ ਕਰਾਂਗੇ, ਤਾਂ ਜੋ ਕਿਸੇ ਵੀ ਮਰੀਜ਼ ਦਾ ਕੋਈ ਨਿਗਲੈਕਟ ਨਾ ਹੋਵੇ, ਕਿਸੇ ਵੀ ਪੱਖੋਂ ਘੱਟ ਇਲਾਜ ਨਾ ਹੋਵੇ। ਇਹ ਇੱਕ ਨੋਬਲ ਕਾਜ਼ ਹੈ ਅਤੇ ਤੁਸੀਂ ਤਾਂ ਯਕੀਨਨ ਇਸ ਨੂੰ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹੋ। ਪਰ ਜਿਵੇਂ ਤੁਸੀਂ ਰਿਕਰੂਟਮੈਂਟ ਦੀ ਗੱਲ ਕੀਤੀ ਤਾਂ ਜਿਹੜੇ ਬਾਕੀ ਡਾਕਟਰਸ ਦਾ ਉਹ ਤਾਂ ਯਕੀਨਨ ਇੱਕ ਸੈਲਰੀ ਦੀ ਜਾਂ ਪੈਸੇ ਦੀ ਜਿਹੜੇ ਖਰਚੇ ਦੀ ਡਿਮਾਂਡ ਕਰਨਗੇ, ਉਸ ਦੇ ਲਈ ਕੀ ਅਰੇਂਜਮੈਂਟ ਹੋਏਗਾ ਜੀ? ਇਹ ਜਿਹੜਾ ਸਾਰਾ ਖਰਚਾ ਹੈ ਨਾ ਜੀ, ਇਹ ਨੌਜਵਾਨ ਵੈਲਫੇਅਰ ਐਸੋਸੀਏਸ਼ਨ ਹੈ ਜਿਹੜਾ ਇਹ ਕਰੇਗੀ। ਪਹਿਲਾਂ ਤੋਂ ਅਸੀਂ ਬਜਟ ਬਣਾ ਲਿਆ ਸੀ ਆਪਣਾ,
ਪਰ ਇਹਦੇ ਮੈਨੂੰ ਖੁਸ਼ੀ ਹੁੰਦੀ ਹੈ ਦੱਸਣ ਦੀ ਕਿ ਪਰਸੋਂ ਸੋਨੂ ਹੋਰਾਂ ਨੇ ਅਨਾਉਂਸ ਕੀਤਾ ਹੈ ਕਿ ਅਸੀਂ ਕੋਵਿਡ ਸੈਂਟਰ ਖੋਲ੍ਹਣ ਜਾ ਰਹੇ ਹਾਂ ਤੇ ਸਾਨੂੰ ਘੱਟੋ ਘੱਟ 50-60 ਬੰਦਿਆਂ ਦੇ ਆਲਰੇਡੀ ਫੋਨ ਆ ਗਏ ਹੈ ਕੰਟਰੀਬਿਊਸ਼ਨਸ ਵਾਸਤੇ ਕਿ ਜੀ ਅਸੀਂ ਮਦਦ ਕਰਨ ਨੂੰ ਤਿਆਰ ਹਾਂ, ਸਾਡੀ ਡਿਊਟੀ ਲਾਓ, ਅਸੀਂ ਫੰਡਸ ਦੇਵਾਂਗੇ। ਅਲੱਗ-ਅਲੱਗ ਕਿਸਮ ਦੇ ਜਿਹੜੇ ਹੈਗੀ ਹੈ ਉਹ ਆ ਰਹੇ ਹੈ ਵੀ ਹੈਲਪ ਕਰਨ ਵਾਸਤੇ। ਲੋਕ ਬਹੁਤ ਇੰਥੂਜ਼ਿਆਸਟਿਕਲੀ ਹੈਲਪ ਕਰ ਰਹੇ ਹੈ। ਡੈਫੀਨੇਟਲੀ ਜਿਹੜਾ ਸਟਾਫ ਰੱਖਾਂਗੇ ਉਹ ਪੇ 'ਤੇ ਹੀ ਰੱਖਾਂਗੇ ਜੀ, ਕਿਉਂਕਿ ਉਹ ਮੋਸਟ ਪ੍ਰੋਬੇਬਲੀ ਵੋਲੰਟੀਅਰਸ ਜਿਹੜੇ ਹੋਣਗੇ ਉਹ ਦੂਜੇ ਤਰੀਕੇ ਦਾ ਕੰਮ ਕਰ ਸਕਦੇ ਆ। ਜਿਹੜਾ ਕੁਆਲੀਫਾਈਡ ਸਟਾਫ ਹੈ ਉਹ ਤਾਂ ਪੇ 'ਤੇ ਹੀ ਰੱਖਿਆ ਜਾਏਗਾ, ਪਰ ਜਿਹੜੇ ਵੋਲੰਟੀਅਰਸ ਐਸੋਸੀਏਸ਼ਨ ਦੇ ਹੈਗੇ ਆ, ਜਿਵੇਂ ਖਾਣਾ ਬਣਾਉਣਾ ਹੈ, ਖਾਣਾ ਖਵਾਉਣਾ ਹੈ, ਉਹ ਸਾਰੇ ਵੋਲੰਟੀਅਰਸ ਹੈਗੇ ਆ, ਉਹ ਜਿਹੜੇ ਫ੍ਰੀ ਕੰਮ ਕਰਨਗੇ ਜੀ। ਕਿਸ ਸਟੇਜ ਤੱਕ ਦਾ ਜਿਹੜਾ ਇਲਾਜ ਆ ਉਹ ਇਸ ਹਸਪਤਾਲ ਦੇ ਵਿੱਚ ਹੋ ਸਕੇਗਾ? ਅਸੀਂ ਲੈਵਲ 2 ਤੱਕ ਦਾ ਹੀ ਇਲਾਜ ਦਾ ਸਲਾਹ ਬਣਾ ਰਹੇ ਹਾਂ। ਜੇ ਸਾਨੂੰ ਕੋਈ ਐਨਸਥੈਟਿਸਟ ਜਾਂ ਕ੍ਰਿਟੀਕਲ ਕੇਅਰ ਵਾਲੇ ਦੀ ਸਰਵਿਸ ਮਿਲਦੀ ਹੈ, ਕਿਉਂਕਿ ਅਸੀਂ 2-3 ਦਿਨ ਟਰਾਈ ਕੀਤਾ, ਉਹਦੇ 'ਚ ਬਹੁਤ ਬਿਜ਼ੀ ਹੈ ਸਾਰੇ, ਉਹਦੇ ਸਰਵਿਸਿਜ਼ ਬਹੁਤ ਔਖੀਆਂ ਹੋ ਰਹੀਆਂ। ਜੇ ਅਸੀਂ ਲੈਵਲ 3 ਦਾ ਬੈੱਡ ਸ਼ੁਰੂ ਕਰਦੇ ਹਾਂ ਤਾਂ ਉਹਦੇ ਵਾਸਤੇ ਵੈਂਟੀਲੇਟਰ ਤੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਦੀ ਜ਼ਰੂਰਤ ਪੈਂਦੀ ਹੈ। ਸੋ ਜੇ ਸਾਡੇ ਕੋਲੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਦੀ ਸੇਵਾਵਾਂ ਆਉਣਗੀਆਂ ਤਾਂ ਅਸੀਂ ਲੈਵਲ 3 ਦਾ ਬੈੱਡ ਜ਼ਰੂਰ ਐਡ ਕਰਾਂਗੇ, ਪਰ ਫਿਲਹਾਲ ਅਸੀਂ ਲੈਵਲ 2 ਦੇ ਬੈੱਡਾਂ ਤੱਕ ਹੀ ਰੱਖਾਂਗੇ ਜਿਨ੍ਹਾਂ ਨੂੰ ਆਕਸੀਜਨ ਰਿਕੁਆਇਰਮੈਂਟ ਹੈਗੀ ਹੈ ਤੇ ਆਕਸੀਜਨ ਦੇ ਸਾਨੂੰ ਅੱਗੇ ਵੈਂਟੀਲੇਟਰ ਜਾਂ ਉਹਦੀ ਜ਼ਰੂਰਤ ਨਹੀਂ ਪੈਂਦੀ। ਆਕਸੀਜਨ ਦੀ ਗੱਲ ਕਰੀਏ ਤਾਂ ਕਿੰਨਾ ਕੋਟਾ ਆਕਸੀਜਨ ਦਾ ਹੋਏਗਾ ਤੇ ਉਸ ਦੀ ਸਪਲਾਈ ਦੇ ਲਈ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਸਹਿਯੋਗ ਤੇ ਜਿਹੜੀ ਪਲੈਨਿੰਗ ਹੈ ਉਹ ਬਣਾਈ ਜਾ ਚੁੱਕੀ ਹੈ? ਇਹ ਸੋਨੂ ਹੋਰਾਂ ਨੇ ਦੱਸਿਆ ਸੀ ਜੀ, ਤਹਿਸੀਲਦਾਰ ਸਾਹਿਬ ਨੂੰ ਮਿਲੇ ਸੀਗੇ ਤੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਹੈਲਪਫੁਲ ਐਟੀਟਿਊਡ ਸੀਗਾ। ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਜੀ ਤੁਸੀਂ ਫਿਕਰ ਨਾ ਕਰੋ, ਤੁਸੀਂ ਆਪਣਾ ਸੈਂਟਰ ਖੋਲ੍ਹੋ। ਸਾਰੀ ਜਿਹੜੀ ਸਰਕਾਰ ਦੇ ਕੰਨੀਓ, ਡੀਸੀ ਸਾਹਿਬ ਦੇ ਦਫ਼ਤਰ ਕੰਨੀਓ ਜਾਂ ਤਹਿਸੀਲਦਾਰ ਸਾਹਿਬ ਦੇ ਦਫ਼ਤਰ ਕੰਨੀਓ ਪੁਰਜ਼ੋਰ ਸਹਾਇਤਾ ਕੀਤੀ ਜਾਊਗੀ, ਕੋਈ ਵੀ ਘਾਟ ਨਹੀਂ ਲਿਆਂਦੀ ਜਾਊਗੀ ਕਿਸੇ ਵੀ ਚੀਜ਼ ਵਾਸਤੇ। ਤੇ ਜਿਵੇਂ ਤੁਸੀਂ ਦੱਸਿਆ ਕਿ ਖਾਣੇ ਪੀਣੇ ਤੋਂ ਲੈ ਕੇ ਬਾਕੀ ਸਾਰੀਆਂ ਚੀਜ਼ਾਂ ਵੀ ਹੈਗੀਆਂ ਜਿਹੜੀਆਂ ਇੱਥੇ ਉਪਲਬਧ ਕਰਵਾਈਆਂ ਜਾਣਗੀਆਂ। ਇਸ ਦੌਰਾਨ ਕਿਸੇ ਕਿਸਮ ਦਾ ਜੇ ਕੋਈ ਖਰਚੇ ਦੀ ਆਪਾਂ ਗੱਲ ਕਰੀਏ ਤਾਂ ਕੀ ਕੋਈ ਖਰਚਾ ਜਿਹੜਾ ਮਰੀਜ਼ ਨੂੰ ਦੇਣਾ ਵੀ ਪਏਗਾ? ਨਹੀਂ ਜੀ, ਮਰੀਜ਼ ਨੂੰ 1 ਪੈਸਾ ਵੀ ਨਹੀਂ ਦੇਣਾ ਪਊਗਾ, ਸਾਰਾ ਇਹ ਫ੍ਰੀ ਇਲਾਜ ਹੋਣਾ। ਵੋਲੰਟੀਅਰਸ ਕਰਨਗੇ। ਜਿਹੜਾ ਖਰਚਾ ਹੈਗਾ ਸਾਰਾ ਨੌਜਵਾਨ ਵੈਲਫੇਅਰ ਐਸੋਸੀਏਸ਼ਨ ਉਹ ਆਪਣੇ ਤੌਰ 'ਤੇ ਫੰਡਸ ਇਕੱਠੇ ਕਰਕੇ ਮਰੀਜ਼ ਤੋਂ 1 ਵੀ ਪੈਸਾ ਕਿਸੇ ਹਿਸਾਬ ਦਾ ਵੀ ਨਹੀਂ ਲਿੱਤਾ ਜਾਊਗਾ। ਭਾਵੇਂ ਕਿਸੇ ਕੋਲੇ ਕਾਰਡ ਹੈਗਾ ਨਹੀਂ ਹੈਗਾ, ਉਹ ਗੌਰਮੈਂਟ ਤੋਂ ਜਾਂ ਇੰਸ਼ੋਰੈਂਸ ਵਾਲੇ ਤੋਂ ਵੀ ਨਹੀਂ ਲਿੱਤਾ ਜਾਊਗਾ। ਤੇ ਜਿਵੇਂ ਮਰੀਜ਼ਾਂ ਦੀ ਗੱਲ ਕਰੀਏ ਤਾਂ ਮਰੀਜ਼ ਤਾਂ ਕੀ ਬਹੁਤ ਹੋਣਗੇ ਤੇ ਜਿਹੜੀ ਇਹ ਤੁਹਾਡੀ ਸੇਵਾ ਹੋਊਗੀ ਇਹਦੇ ਵਿੱਚ ਜ਼ਿਆਦਾ ਜਿਹੜਾ ਆਰਥਿਕ ਤੌਰ ਉੱਤੇ ਕਮਜ਼ੋਰ ਵਰਗ ਹੈ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਹੋਏਗੀ, ਜਿਨ੍ਹਾਂ ਕੋਲ ਕੋਈ ਆਰਥਿਕਤਾ ਉਹਨਾਂ ਦੀ ਜਿਹੜੀ ਨਹੀਂ ਸਹਾਰ ਸਕਦੀ ਖਰਚਿਆਂ ਦਾ। ਤਾਂ ਕੀ ਤੁਸੀਂ ਇਸ ਤਰ੍ਹਾਂ ਦਾ ਵੀ ਧਿਆਨ ਰੱਖੋਗੇ ਕਿ ਜਿਹੜੇ ਗਰੀਬ ਵਰਗ ਜਾਂ ਜ਼ਰੂਰਤਮੰਦ ਪਰਿਵਾਰ ਹੈ ਉਹ ਉਹਨਾਂ ਨੂੰ ਇੱਥੇ ਪਹਿਲਾਂ ਜਿਹੜੇ ਬੈੱਡ ਮਿਲ ਸਕਣ ਤੇ ਉਹਨਾਂ ਦਾ ਇਲਾਜ ਇੱਥੇ ਸ਼ੁਰੂ ਹੋ ਸਕੇ? ਨਹੀਂ, ਇਸ ਵੇਲੇ ਤਾਂ ਨਾ ਜੀ ਗਰੀਬ ਅਮੀਰ ਸਾਰੇ ਇੱਕੋ ਲਾਈਨ 'ਚ ਹੀ ਹੈ। ਤੁਸੀਂ ਇਮੈਜਿਨ ਕਰੋ ਜੇ ਕੋਈ ਕਰੋੜਪਤੀ ਹੈ ਉਹਨੂੰ ਵੀ ਬੈੱਡ ਨਹੀਂ ਮਿਲ ਰਿਹਾ, ਜਿਹੜਾ ਵਿਚਾਰਾ ਦਿਹਾੜੀ ਵਾਲਾ ਉਹਨੂੰ ਵੀ ਬੈੱਡ ਨਹੀਂ ਮਿਲ ਰਿਹਾ। ਸੋ ਅਸੀਂ ਇਹ ਸਲਾਹ ਕੀਤੀ ਸੀਗੀ, ਇਹ ਮੁੱਦਾ ਉੱਠਿਆ ਸੀਗਾ ਜਦੋਂ ਅਸੀਂ ਮੀਟਿੰਗ ਕੀਤੀ ਹੈ, ਪਰ ਅਸੀਂ ਫਿਰ ਇਹ ਡਿਸਾਈਡ ਕੀਤਾ ਕਿ ਜਿਹੜਾ ਵੀ ਲੋੜਵੰਦ ਹੈਗਾ ਉਹਨੂੰ ਜੇ ਸਾਡੇ ਕੋਲੇ ਬੈੱਡ ਖਾਲੀ ਹੈਗਾ ਤਾਂ ਉਹਨੂੰ ਬੈੱਡ ਦਿੱਤਾ ਜਾਊਗਾ। ਇਹਦੀ ਕੋਈ ਕੰਸੀਡਰੇਸ਼ਨ ਨਹੀਂ ਹੋਊਗੀ ਕਿ ਕੋਈ ਅਮੀਰ ਹੈ ਕੋਈ ਗਰੀਬ ਹੈ, ਕਿਸੇ ਤੋਂ ਵੀ ਪੈਸਾ ਨਹੀਂ ਲਿੱਤਾ ਜਾਊਗਾ, ਪਰ ਉਹਦੇ 'ਚ ਲੋੜਵੰਦ ਨੂੰ ਜਿਹਨੂੰ ਜ਼ਰੂਰਤ ਹੈ ਉਹਨੂੰ ਅਸੀਂ ਬੈੱਡ ਦੇਵਾਂਗੇ, ਬਿਨਾਂ ਇਸ ਦੇ ਕਿ ਉਹ ਗਰੀਬ ਹੈ ਕਿ ਅਮੀਰ ਹੈ ਜੀ। ਤੇ ਨੌਜਵਾਨ ਵੈਲਫੇਅਰ ਸੁਸਾਇਟੀ ਤਾਂ ਜੋੜੀ ਚੁੱਕੀ ਹੈ ਜਿਹਨੇ ਪੂਰੀ ਇਸ ਚੀਜ਼ ਨੂੰ ਜ਼ਿੰਮੇਵਾਰੀ ਨੂੰ ਸੰਭਾਲਣਾ ਹੈ, ਕਿ ਉਹਦੇ ਤੋਂ ਇਲਾਵਾ ਕੋਈ ਹੋਰ ਵੀ ਸੰਸਥਾ ਹੈ ਜਿਹਦਾ ਸਹਿਯੋਗ ਤੁਹਾਨੂੰ ਮਿਲੇਗਾ? ਨਹੀਂ, ਹਜੇ ਤਾਂ ਜੀ ਇੰਡੀਵਿਜੂਅਲ ਤੌਰ 'ਤੇ ਹੀ ਫੋਨ ਆਏ ਆ ਸਾਰਿਆਂ ਦੇ ਕਿ ਅਸੀਂ ਸਹਿਯੋਗ ਦੇਵਾਂਗੇ। ਹਜੇ ਤੱਕ ਜੇ ਕੋਈ ਆਇਆ ਹੋਊਗਾ ਸੰਸਥਾ ਦੇ ਤੌਰ 'ਤੇ ਤਾਂ ਸੋਨੂ ਨਾਲ ਹੀ ਗੱਲ ਹੋਈ ਹੋਊਗੀ, ਮੇਰੇ ਨਾਲ ਐਸੀ ਕੋਈ ਗੱਲ ਨਹੀਂ ਹੋਈ, ਪਰ ਸੰਸਥਾ ਦੇ ਤੌਰ 'ਤੇ ਇਕੱਲੀ ਨੌਜਵਾਨ ਵਾਲੇ ਹੀ ਸਾਰਾ ਇਹ ਦੇਖ ਰੇਖ ਕਰਕੇ ਆਪਦੇ ਅੰਡਰ ਇਹ ਚਾਲੂ ਕਰਨਗੇ ਜੀ। ਇੱਕ ਮੈਂ ਜਾਂਦੇ ਇੱਕ ਨਿੱਜੀ ਸਵਾਲ ਜ਼ਰੂਰ ਲੈਣਾ ਚਾਹੂੰਗਾ ਕਿ ਤੁਹਾਡਾ ਪਰਿਵਾਰ ਤੇ ਤੁਹਾਡੇ ਨਜ਼ਦੀਕੀ ਰਿਸ਼ਤੇਦਾਰ ਕੀ ਉਹ ਕਰੋਨਾ ਮਹਾਮਾਰੀ ਤੋਂ ਬਚੇ ਹੋਏ ਹਨ, ਤੇ ਕੀ ਜੇ ਉਹਨਾਂ ਕੋਲੋਂ ਉਹਨਾਂ 'ਚੋਂ ਕਿਸੇ ਨੂੰ ਇਨਫੈਕਸ਼ਨ ਹੋਈ ਵੀ ਸੀ ਤਾਂ ਉਹਨਾਂ ਦਾ ਇਲਾਜ ਦਾ ਜਿਹੜਾ ਹੈ ਸਿਲਸਿਲਾ ਕਿਵੇਂ ਦਾ ਰਿਹਾ? ਨਹੀਂ, ਹਜੇ ਤੱਕ ਤਾਂ ਸਾਰੇ ਬਚੇ ਹੀ ਹੋਏ ਆ ਜੀ। ਲਾਸਟ ਈਅਰ ਮੇਰੇ ਫਾਦਰ ਇਨ ਲਾਅ ਨੂੰ ਪ੍ਰੋਬਲਮ ਹੋਈ ਸੀ, ਉਹ 10 ਦਿਨ ਦੇ ਇਲਾਜ ਤੋਂ ਬਾਅਦ ਹੀ ਡਾਈਡ ਅਨਫੋਰਚੂਨੇਟਲੀ, ਪਰ ਬਾਕੀ ਅਸੀਂ ਸਾਰਿਆਂ ਨੇ ਵੈਕਸੀਨੇਸ਼ਨ ਕਰਾਈ ਵੀ ਹੈ, ਕਿਸੇ ਨੂੰ ਬਾਅਦ 'ਚ ਕੋਈ ਦਿੱਕਤ ਨਹੀਂ ਆਈ। ਸਭ ਤੋਂ ਪਹਿਲਾਂ ਤਾਂ ਮੈਡਮ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਕਿਸ ਬਿਮਾਰੀ ਦੇ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਕਰਦੇ ਸੀ ਤੇ ਕਿੰਨੇ ਸਾਲਾਂ ਤੋਂ ਇਸ ਪੇਸ਼ੇ ਨਾਲ ਜੁੜੇ ਹੋਏ ਹੋ?
ਮੈਂ ਫੈਮਿਲੀ ਮੈਡੀਸਨ ਦਾ ਹੈਗਾ ਤੇ ਨਾਲ ਡਾਈਟ ਕੰਸਲਟੈਂਟ ਹੈਗੀ ਹਾਂ। ਸੋ ਜਿਹੜੇ ਵੀ ਪੇਸ਼ੈਂਟ ਹੁੰਦੇ ਹੈਗੇ ਆ ਜਿਨ੍ਹਾਂ ਨੂੰ ਸ਼ੂਗਰ ਦੀ ਤਕਲੀਫ ਹੈ, ਬਲੱਡ ਪ੍ਰੈਸ਼ਰ ਦੀ, ਦਿਲ ਦੀਆਂ ਬਿਮਾਰੀਆਂ ਹੈ, ਮੋਟਾਪਾ ਹੈ, ਉਹ ਸਾਰਿਆਂ ਨੂੰ ਮੈਂ ਡਾਈਟ ਦੇ ਬਾਰੇ ਸਮਝਾਉਂਦੀ ਸੀਗੀ ਕਿ ਕਿਹੋ ਜਿਹੀ ਖੁਰਾਕ ਖਾਣੀ ਚਾਹੀਦੀ ਹੈਗੀ ਹੈ। ਤੇ ਡਾਈਟ ਦੀ ਗੱਲ ਕਰੀਏ ਤਾਂ ਸ਼ੂਗਰ ਇੱਕ ਯਕੀਨਨ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕੋਵਿਡ ਦੇ ਵਿੱਚ ਕਿ ਕਰੋਨਾ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਰਿਕਵਰੀ ਦੇ ਵਿੱਚ ਬਹੁਤ ਦੇਰੀ ਹੋ ਰਹੀ ਹੈ ਜੇ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ। ਤਾਂ ਇਸ ਦੌਰਾਨ ਇੱਕ ਜ਼ਿੰਮੇਵਾਰੀ ਐਡੀਸ਼ਨਲ ਵੀ ਤੁਹਾਡੀ ਜੁੜ ਜਾਂਦੀ ਹੈ, ਉਸ ਬਾਰੇ ਕੀ ਕਹੋਗੇ? ਬਹੁਤ ਜ਼ਰੂਰੀ ਹੈ ਸ਼ੂਗਰ ਦਾ ਕੰਟਰੋਲ, ਔਰ ਸ਼ੂਗਰ ਦੇ ਪੇਸ਼ੈਂਟ ਦੇ ਵਿੱਚ ਖਤਰਾ ਬਹੁਤ ਵੱਧ ਹੈਗਾ ਵੈ ਦੂਸਰੇ ਮਰੀਜ਼ਾਂ ਦੇ ਕੰਪੈਰੀਟਿਵਲੀ। ਜਿਨ੍ਹਾਂ ਦੇ ਵਿੱਚ ਕੋਮੋਰਬਿਡਿਟੀਜ਼ ਹੈਗੀਆਂ ਵੈ ਉਹਨਾਂ ਵਿੱਚ ਖਤਰਾ ਬਹੁਤ ਜ਼ਿਆਦਾ ਹੈਗਾ ਵੈ, ਅਤੇ ਸ਼ੂਗਰ ਨੂੰ ਕੰਟਰੋਲ 'ਚ ਕਰਨਾ ਬਹੁਤ ਜ਼ਰੂਰੀ ਹੈਗਾ ਵੈ। ਅਤੇ ਮੈਡਮ ਤੁਸੀਂ ਜਿਵੇਂ ਦੱਸਿਆ ਕਿ ਡਾਈਟ ਬਾਰੇ ਵੀ ਜਾਣਕਾਰੀ ਦਿੰਦੇ ਸੀਗੇ, ਤਾਂ ਕਰੋਨਾ ਦੀ ਮਹਾਂਮਾਰੀ ਤੋਂ ਜੇ ਬਚਣ ਦੇ ਲਈ ਜੇ ਆਪਾਂ ਮੋਟੇ ਤੌਰ ਉੱਤੇ ਕੋਈ ਨੁਸਖੇ ਜੇ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਚਾਹੋ? ਨੁਸਖਿਆਂ ਵਿੱਚ ਇਹੀ ਹੈ ਕਿ ਬੈਲੈਂਸਡ ਡਾਈਟ ਖਾਣੀ ਚਾਹੀਦੀ ਹੈਗੀ ਹੈ, ਜਿਹਦੇ ਵਿੱਚ ਜ਼ਿਆਦਾ ਹਰੀਆਂ ਸਬਜ਼ੀਆਂ ਹੋਣ, ਫਲ ਹੋਵੇ, ਜਿਹੜੇ ਮੌਸਮ ਦੇ ਫਲ ਹੈਗੇ ਹੈ। ਜਿੰਨਾ ਵੱਧ ਤੋਂ ਵੱਧ ਹੋ ਸਕਦਾ ਵੈ ਤੁਸੀਂ ਹੈਲਦੀ ਖੁਰਾਕ ਖਾਓ, ਪੌਸ਼ਟਿਕ ਖੁਰਾਕ ਖਾਓ ਅਤੇ ਬਾਹਰ ਦਾ ਪਰਹੇਜ਼ ਕਰੋ। ਅਤੇ ਇਸ ਤੋਂ ਇਲਾਵਾ ਜੇ ਆਪਾਂ ਰਿਕਵਰੀ ਦੀ ਗੱਲ ਕਰੀਏ, ਜੇ ਕਿਸੇ ਨੂੰ ਕਰੋਨਾ ਦੀ ਬਿਮਾਰੀ ਹੋ ਜਾਂਦੀ ਹੈਗੀ, ਵਾਇਰਸ ਜਕੜ ਦੇ ਵਿੱਚ ਲੈ ਲੈਂਦਾ, ਤਾਂ ਉਸ ਦੌਰਾਨ ਕਿੱਦਾਂ ਦੀ ਡਾਈਟ ਜਿਹੜੀ ਰੱਖਣੀ ਪੈਂਦੀ ਹੈ? ਜੇ ਕਿਸੇ ਨੂੰ ਕਰੋਨਾ ਹੋ ਗਿਆ ਵੈ ਉਹਨਾਂ ਦੇ ਵਿੱਚ ਜ਼ਰੂਰੀ ਹੈਗਾ ਵੈ ਕਿ ਉਹ ਪੌਸ਼ਟਿਕ ਖੁਰਾਕ ਖਾਣ, ਘਰ ਦੀ ਬਣੀ ਹੋਈ ਤਾਜ਼ੀ, ਜਿਹਦੇ ਵਿੱਚ ਉਹੀ ਸਬਜ਼ੀਆਂ, ਫਲ, ਪਾਣੀ ਦਾ ਨਾਲ ਧਿਆਨ ਰੱਖਣਾ ਵੈ। ਲਿਕੁਇਡਸ ਤੁਸੀਂ ਲੈਣੇ ਹੈਗੇ ਹੈ, ਜੂਸਿਸ ਹੈ, ਹੋਰ ਹੈ, ਲੱਸੀ ਹੈ, ਸਾਰਾ ਕੁਝ ਤੁਸੀਂ ਆਪਣਾ ਧਿਆਨ ਰੱਖਣਾ ਇਸ ਬਾਰੇ ਦੇ ਵਿੱਚ। ਅਤੇ ਇਸ ਵਾਰ ਜਿਵੇਂ ਇੱਕ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਤੁਹਾਡਾ ਵੀ ਵੱਡਾ ਰੋਲ ਰਿਹਾ ਹੈ, ਜਿਵੇਂ ਕਿ ਤੁਸੀਂ ਵੀ ਇਨੀਸ਼ੀਏਟਿਵ ਲਿਆ, ਅਤੇ ਇਸ ਦੇ ਵਿੱਚ ਇੱਕ ਇਹ ਇਨੀਸ਼ੀਏਟਿਵ ਤਾਂ ਤੁਸੀਂ ਲੈ ਹੀ ਰਹੇ ਹੋ। ਇਸ ਤੋਂ ਇਲਾਵਾ ਵੀ ਕੋਈ ਹੋਰ ਕੰਮ ਹੈ ਜਿਹੜਾ ਤੁਹਾਨੂੰ ਲੱਗਦਾ ਇਸ ਦੌਰਾਨ ਕਰਨਾ ਚਾਹੀਦਾ ਹੈ, ਜਾਂ ਫਿਰ ਤੁਸੀਂ ਨਾਲ ਸੋਚ ਰਹੇ ਹੋਵੋਗੇ ਕਿ ਕਰੋਨਾ ਦੇ ਜੋ ਮਰੀਜ਼ ਆ ਰਹੇ ਤਾਂ ਅਸੀਂ ਨਾਲ ਇਹ ਚੀਜ਼ ਵੀ ਜਿਹੜੀ ਹੈ ਵੱਖਰੇ ਤੌਰ ਉੱਤੇ ਕਰਾਂਗੇ, ਜਾਂ ਇਸ ਚੀਜ਼ ਦੇ ਵਿੱਚ ਵੀ ਸ਼ਹਿਰ ਨੂੰ ਪੂਰੇ ਨੂੰ ਕੰਟਰੋਲ ਕਰਨ ਦੀ ਕੋਈ ਜ਼ਰੂਰਤ ਹੈ, ਕੁਛ ਇੱਦਾਂ ਦਾ ਹੀ? ਹਾਂਜੀ, ਸਾਰਿਆਂ ਨੂੰ ਸਮਝਾਉਣ ਦੀ ਜ਼ਰੂਰਤ ਹੈਗੀ ਹੈ ਕਿ ਅਸੀਂ ਬਚਾਅ ਕਿਵੇਂ ਕਰਨਾ ਵੈ ਕਰੋਨਾ ਤੋਂ। ਉਹਦੇ ਵਾਸਤੇ ਜਿਹੜੀ ਸੋਸ਼ਲ ਡਿਸਟੈਂਸਿੰਗ ਹੈਗੀ ਹੈ, ਮਾਸਕ ਪਾਉਣਾ ਵੈ ਅਤੇ ਹੱਥਾਂ ਨੂੰ ਬਾਰੀ ਸੈਨੀਟਾਈਜ਼ ਕਰਨਾ ਵੈ ਜਾਂ ਸਾਬਣ ਨਾਲ ਧੋਣਾ ਵੈ, ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਜਿਹੜਾ ਹੁਣ ਨਵਾਂ ਵੈਕਸੀਨੇਸ਼ਨ ਕਰਾਉਣੀ ਹੈ, ਲੋਕਾਂ ਨੂੰ ਇਸ ਬਾਰੇ ਵੀ ਅਸੀਂ ਸਮਝਾਉਂਦੇ ਰਹਿੰਦੇ ਹਾਂ, ਮੋਟੀਵੇਟ ਕਰਦੇ ਹੈਗੇ ਹਾਂ ਕਿ ਤੁਸੀਂ ਵੈਕਸੀਨੇਸ਼ਨ ਜ਼ਰੂਰ ਕਰਵਾਓ, ਬਹੁਤ ਜ਼ਰੂਰੀ ਹੈ। ਵੈਕਸੀਨੇਸ਼ਨ ਦੇ ਦੌਰਾਨ ਡਾਈਟ ਦਾ ਕੀ ਖਿਆਲ ਰੱਖਣਾ ਚਾਹੀਦਾ ਹੈ? ਕਿਉਂਕਿ ਇਹ ਬਹੁਤ ਵੱਡੀ ਆ ਰਹੀ ਹੈ, ਇੱਕ ਸਮੱਸਿਆ ਆ ਰਹੀ ਹੈ ਕਿ ਕਈ ਕਹਿ ਦਿੰਦੇ ਕਿ ਕੁਛ ਵੀ ਖਾਈ ਚਲੋ ਕੋਈ ਫਰਕ ਨਹੀਂ ਪੈਂਦਾ। ਬਿਲਕੁਲ ਠੀਕ ਹੈ ਜੀ, ਵੈਕਸੀਨੇਸ਼ਨ ਦਾ ਖੁਰਾਕ ਦੇ ਵਿੱਚ ਇਹੀ ਹੈ ਕਿ ਵੀ ਵੈਕਸੀਨੇਸ਼ਨ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਜੇ ਕਿਸੇ ਨੂੰ ਹੁੰਦਾ ਵੀ ਥੋੜ੍ਹਾ ਹਲਕਾ ਬੁਖਾਰ ਹੈਗਾ ਵੈ, ਅਤੇ ਜਿਵੇਂ ਆਮ ਬੱਚਿਆਂ ਨੂੰ ਅਸੀਂ ਇੰਜੈਕਸ਼ਨ ਲਗਵਾਉਂਦੇ ਸੀਗੇ, ਉਹਨਾਂ ਨੂੰ ਬੁਖਾਰ ਹੋ ਜਾਂਦਾ ਸੀਗਾ, ਨੋਰਮਲ ਚੀਜ਼ ਹੈਗੀ ਹੈ। ਇਹਦੇ ਵਿੱਚ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ, ਕੋਈ ਘਬਰਾਹਟ ਕਰਨ ਦੀ ਲੋੜ ਨਹੀਂ ਹੈਗੀ ਹੈ, ਅਤੇ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈਗਾ ਵੈ। ਜਿਹੜੀ ਤੁਸੀਂ ਵੈਕਸੀਨ ਲਗਵਾਈ ਹੈ ਉਹ ਦੋਨੋਂ ਡੋਜ਼ਿਸ ਪੂਰੀਆਂ ਕਰੋ ਅਤੇ ਉਹ ਜ਼ਰੂਰ ਲਗਵਾਓ। ਖੁਰਾਕ ਜਿਵੇਂ ਨੋਰਮਲ ਆਪਾਂ ਘਰੇ ਸਬਜ਼ੀ ਰੋਟੀ ਬਣਦੀ ਹੈਗੀ ਹੈ ਉਹੀ ਖਾਣੀ ਚਾਹੀਦੀ ਹੈਗੀ ਹੈ। ਸੋ ਇਹ ਸਨ ਡਾਕਟਰ ਸੋਨੀਆ ਕੌਸ਼ਲ, ਅਤੇ ਇਹਨਾਂ ਨੇ ਵੀ ਦੱਸਿਆ ਕਿ ਵੈਕਸੀਨੇਸ਼ਨ ਦੇ ਦੌਰਾਨ ਵੀ ਆਪਣੀ ਡਾਈਟ ਨੋਰਮਲ ਰੱਖਣੀ ਚਾਹੀਦੀ ਹੈ ਅਤੇ ਓਵਰਆਲ ਹੀ ਸਾਨੂੰ ਜਿਹੜਾ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ। ਸੋ ਬਹੁਤ ਬਹੁਤ ਧੰਨਵਾਦ। ਪਿਛਲੇ 1.5 ਸਾਲ ਤੋਂ ਕਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ਨੂੰ ਆਪਣੀ ਜਕੜਨ ਦੇ ਵਿੱਚ ਲਿਆ ਹੋਇਆ ਹੈ। ਲਗਾਤਾਰ ਕੇਸਾਂ ਦੀ ਗਿਣਤੀ ਜਿਹੜੀ ਹੈ ਇਸ ਦੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ, ਪਰ ਪਿਛਲੇ 1.5 ਸਾਲ ਦੇ ਦੌਰਾਨ ਬਹੁਤ ਸਾਰੇ ਐਸੇ ਲੋਕ ਵੀ ਨੇ, ਐਸੇ ਸੱਜਣ ਵੀ ਨੇ ਜਿਨ੍ਹਾਂ ਨੇ ਬਹੁਤ ਅੱਗੇ ਵੱਧ ਕੇ ਕੰਮ ਵੀ ਕੀਤਾ ਹੈ, ਲੋਕਾਂ ਦੀ ਸੇਵਾ ਵੀ ਕੀਤੀ, ਉਹਨਾਂ ਨੂੰ ਖਾਣਾ ਮੁਹੱਈਆ ਕਰਾਉਣ ਤੋਂ ਲੈ ਕੇ ਉਹਨਾਂ ਦੇ ਇਲਾਜ ਅਤੇ ਸੰਸਕਾਰ, ਜਿਹੜਾ ਕਿ ਅੰਤਿਮ ਸੰਸਕਾਰ ਹੁੰਦਾ ਹੈ, ਕਿਉਂਕਿ ਉਸ ਤੋਂ ਬਾਅਦ ਅੱਗੇ ਦੀ ਹੋਰ ਕੋਈ ਵੀ ਰੀਤੀ ਰਿਵਾਜ ਨਹੀਂ ਹੁੰਦਾ ਹੈਗਾ, ਤਾਂ ਉਸ ਅੰਤਿਮ ਸੰਸਕਾਰ ਤੱਕ ਦਾ ਵੀ ਜਿਹੜਾ ਸਫ਼ਰ ਹੈ ਉਹ ਨਿਭਾ ਰਹੇ ਨੇ। ਉਹਨਾਂ ਦੇ ਵਿੱਚੋਂ ਹੀ ਇੱਕ ਸੁਸਾਇਟੀ ਜਿਹੜੀ ਬਠਿੰਡਾ ਦੀ ਹੈ, ਨੌਜਵਾਨ ਵੈਲਫੇਅਰ ਸੁਸਾਇਟੀ, ਜੋ ਲਗਾਤਾਰ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ, ਬਹੁਤ ਹੀ ਇਹਨਾਂ ਦੀ ਪ੍ਰਸ਼ੰਸਾ ਹੋ ਰਹੀ ਹੈ ਅਤੇ ਇਹਨਾਂ ਦੇ ਹੌਸਲੇ ਅੱਜ ਵੀ ਬੁਲੰਦ ਨੇ। ਮੈਂ ਗੱਲ ਕਰ ਰਿਹਾ ਸੋਨੂ ਮਹੇਸ਼ਵਰੀ ਜੀ ਦੀ, ਜਿਹੜੇ ਕਿ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ। ਆਓ ਇਹਨਾਂ ਨਾਲ ਗੱਲਬਾਤ ਕਰੀਏ, ਜਿਨ੍ਹਾਂ ਵੱਲੋਂ ਹੁਣ ਇੱਕ ਨਵੀਂ ਪਹਿਲ ਕੀਤੀ ਜਾ ਰਹੀ ਹੈ। ਉਹ ਹੈ ਬਠਿੰਡਾ ਦੇ ਵਿੱਚ ਕਿਸ਼ੋਰੀ ਰਾਮ ਹਸਪਤਾਲ, ਜਿਹੜਾ ਕਿ ਡਾਕਟਰ ਵਿਦਲ ਗੁਪਤਾ ਜੀ ਵੱਲੋਂ ਇਹਨਾਂ ਦੇ ਹਵਾਲੇ ਕੀਤਾ ਗਿਆ ਹੈ ਕੋਵਿਡ ਮਰੀਜ਼ਾਂ ਦੇ ਇਲਾਜ ਦੇ ਲਈ। ਆਓ ਇਸ ਬਾਰੇ ਗੱਲਬਾਤ ਕਰੀਏ ਸੋਨੂ ਮਹੇਸ਼ਵਰੀ ਨਾਲ। ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਜਾਣਨਾ ਚਾਹਾਂਗੇ ਕਿੱਥੋਂ ਇਹ ਜਿਹੜੀ ਵਿਉਂਤ ਬਣੀ ਹੈ, ਇਹ ਸਾਰੀ ਪਲੈਨਿੰਗ ਕਿਵੇਂ ਸ਼ੁਰੂ ਹੋਈ ਹੈ? ਜੀ ਧੰਨਵਾਦ ਤੁਹਾਡਾ, ਤੁਸੀਂ ਆਪਦਾ ਕੀਮਤੀ ਟਾਈਮ ਦਿੱਤਾ। ਇਹ ਪਲਾਨਿੰਗ ਕਿਸੇ ਵੀ ਤਰ੍ਹਾਂ ਦੀ ਸਾਡੀ ਨਹੀਂ ਸੀਗੀ। ਜਦੋਂ ਸਭ ਤੋਂ ਪਹਿਲਾਂ ਲੋਕਡਾਊਨ ਤੋਂ ਪਹਿਲਾਂ ਵੀ ਜਦੋਂ ਇਹ ਜਨਤਾ ਕਰਫਿਊ ਲਗਾਇਆ ਗਿਆ ਸੀਗਾ,
ਉਦੋਂ ਬਸ ਜਿਹੜੀ ਚੀਜ਼ ਸਾਡੇ ਸਾਹਮਣੇ ਆਈ ਵੀ ਕੁਝ ਜਿਹੜੇ ਬੇਸਹਾਰਾ ਜਾਂ ਕੋਈ ਡੇਲੀ ਕਮਾ ਕੇ ਖਾਣ ਵਾਲੇ ਲੋਕ ਹੈਗੇ ਉਹਨਾਂ ਲਈ ਉਸ ਦਿਨ ਮੁਸੀਬਤ ਹੋ ਗਈ ਸੀਗੀ, ਕਿਉਂਕਿ ਸਾਰਾ ਕੁਝ ਬੰਦ ਸੀਗਾ। ਤਾਂ ਅਸੀਂ ਉਦੋਂ ਇੱਕ ਛੋਟਾ ਜਿਹਾ ਲੰਗਰ ਲਗਾਇਆ। ਅਗਲੇ ਦਿਨ ਹੀ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾ ਦਿੱਤਾ ਗਿਆ। ਤਾਂ ਫਿਰ ਜਿਹੜਾ ਅਸੀਂ ਉਹ ਲੰਗਰ ਸੀਗਾ ਉਸ ਨੂੰ ਇੱਕ ਮਹਾ ਲੰਗਰ ਦੇ ਵਿੱਚ ਕਨਵਰਟ ਕਰਤਾ। ਪਲਾਨਿੰਗ ਸਾਡੀ ਕਿਸੇ ਵੀ ਤਰ੍ਹਾਂ ਦੀ ਨਹੀਂ ਸੀ। ਜਿਹੜੀ ਚੀਜ਼ ਸਾਡੇ ਸਾਹਮਣੇ ਆਈ ਗਈ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਅਸੀਂ ਉਵੇਂ ਆਪਦਾ ਕੰਮ ਸ਼ੁਰੂ ਕਰੀ ਗਏ। ਤੇ ਬਸ ਰੱਬ ਦੀ ਇੰਨੀ ਕੁ ਮਿਹਰ ਰਹੀ, ਲੋਕਾਂ ਦਾ ਇੰਨਾ ਕੁ ਪਿਆਰ ਸਤਿਕਾਰ ਤੇ ਸਾਥ ਰਿਹਾ ਕਿ ਅਸੀਂ ਉਹ ਜੋ ਵੀ ਅਸੀਂ ਸੋਚਿਆ ਉਹ ਸਾਡਾ ਉਵੇਂ ਹੀ ਪੂਰਾ ਹੁੰਦਾ ਗਿਆ। ਸਾਨੂੰ ਪ੍ਰਸ਼ਾਸਨ ਨੇ ਸਾਡੀ NGO ਨੂੰ ਆਪਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਆਪਦੇ ਨਾਲ ਉਹਨਾਂ ਨੇ ਸਾਨੂੰ ਆਪਦੇ ਨਾਲ ਲਗਾਇਆ ਤੇ ਸਾਨੂੰ ਕਈ ਪ੍ਰੋਜੈਕਟ ਜਿਹੜੇ ਸਾਡੀ ਸੰਸਥਾ ਦੇ ਹਵਾਲੇ ਕੀਤੇ। ਜਿਵੇਂ ਕਿ ਜਦੋਂ ਕੋਵਿਡ ਕੇਅਰ ਸੈਂਟਰ ਜਿਹੜੇ ਪ੍ਰਸ਼ਾਸਨ ਨੇ ਬਣਾਏ ਸੀ, ਜਿਹਦੇ ਵਿੱਚ ਉਹ ਲੋਕਾਂ ਨੂੰ ਇਹ ਕੁਆਰੰਟਾਈਨ ਕਰਦੇ ਸੀਗੇ, ਉਹਦੇ ਵਿੱਚ ਉਹਨਾਂ ਲਈ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਸੀਗੀ ਖਾਣ ਪੀਣ ਦੀ, ਬ੍ਰੇਕਫਾਸਟ, ਲੰਚ, ਡਿਨਰ, ਉਹਦੀ ਸੇਵਾ ਸਾਡੇ ਵੱਲੋਂ ਹੋਈ। ਤੇ ਪਲੱਸ ਜਿਹੜਾ ਸਾਡਾ ਲੰਗਰ ਚੱਲ ਰਿਹਾ ਸੀ ਲੋਕਾਂ ਵਾਸਤੇ 12 ਤੋਂ 14,000 ਲੋਕਾਂ ਨੂੰ ਅਸੀਂ ਡੇਲੀ ਲੰਗਰ ਚਲਾ ਰਹੇ ਸੀ, ਉਹ ਅੱਡ ਚੱਲ ਰਿਹਾ ਸੀਗਾ। ਬੇਸਹਾਰਾ ਪਸ਼ੂਆਂ ਲਈ ਸਾਡਾ 125 ਜੇ ਅਸੀਂ ਇਸ ਹਸਪਤਾਲ ਦੀ ਗੱਲ ਕਰੀਏ ਖਾਸ ਤੌਰ ਤੇ, ਤਾਂ ਇਸ ਹਸਪਤਾਲ ਦਾ ਸਿਲਸਿਲਾ ਕਿੱਥੋਂ ਸ਼ੁਰੂ ਹੁੰਦਾ ਜੀ? ਜੀ ਬਿਲਕੁਲ, ਜਿਹੜੀ ਇਹ ਸੈਕਿੰਡ ਵੇਵ ਆਈ ਹੈਗੀ ਇਹਦੇ ਵਿੱਚ ਪੋਜ਼ਿਟਿਵ ਕੇਸਾਂ ਦੀ ਗਿਣਤੀ ਜਿਹੜੀ ਬਹੁਤ ਜ਼ਿਆਦਾ ਵੱਧਦੀ ਗਈ ਤੇ ਉਸ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਜਿਹੜੇ ਬੈੱਡ ਹੈਗੇ ਆ ਉਹ ਮਿਲਣੇ ਬੰਦ ਹੋ ਗਏ। ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਸ ਟਾਈਮ ਵੀ ਪੋਜੀਸ਼ਨ ਬਹੁਤ ਮਾੜੀ ਹੈਗੀ ਹੈ। ਤਾਂ ਸਾਡੀ ਇੱਥੇ ਡਾਕਟਰ ਵਿਤਲ ਗੁਪਤਾ ਜੀ ਜਿਹੜੇ ਸਮਾਜ ਸੇਵੀ ਕੰਮਾਂ ਦੇ ਵਿੱਚ ਹਮੇਸ਼ਾ ਹੀ ਇਹਨਾਂ ਦਾ ਪਰਿਵਾਰ ਮੋਹਰੀ ਰਿਹਾ ਹੈਗਾ, ਤਾਂ ਉਹਨਾਂ ਨੇ ਸਾਡੀ ਸੇਵਾਵਾਂ ਤੋਂ ਲਗਾਤਾਰ 1.25 ਸਾਲ ਤੋਂ ਵਾਚ ਕਰ ਰਹੇ ਸੀ ਤੇ ਸਾਡੇ ਨਾਲ ਉਹਨਾਂ ਨੇ ਕਈ ਕੈਂਪ ਵਗੈਰਾ ਵੀ ਲਗਾਏ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਮੇਰਾ ਹਸਪਤਾਲ ਹੈ ਤੁਸੀਂ ਕੋਵਿਡ ਕੇਅਰ ਇਸ ਨੂੰ ਸੈਂਟਰ ਬਣਾਓ ਤੇ ਤੁਸੀਂ ਇੱਥੇ ਕਰੋਨਾ ਮਰੀਜ਼ਾਂ ਦੀ ਸੇਵਾ ਦਿਓ ਤੇ ਮੈਂ ਆਪਦੀਆਂ ਸੇਵਾਵਾਂ ਤੁਹਾਨੂੰ ਇੱਥੇ ਫ੍ਰੀ ਦਊਂਗਾ। ਇਹ ਮੇਰਾ ਹਸਪੀਟਲ ਵੀ ਮੈਂ ਤੁਹਾਨੂੰ ਫ੍ਰੀ ਹੈਂਡਓਵਰ ਕਰ ਰਿਹਾ ਹੈਗਾ। ਤਾਂ ਸਾਡਾ ਬੜਾ ਹੌਸਲਾ ਵਧਿਆ ਵੀ ਮਨੁੱਖਤਾ ਦੀ ਕਹਿ ਜੀ ਮਿਸਾਲ ਕਾਇਮ ਕੀਤੀ ਵੀ ਸ਼ਾਇਦ ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਕੇਸ ਹੋਵੇ। ਤਾਂ ਅਸੀਂ ਵੀ ਨਿਸ਼ਚੈ ਕੀਤਾ ਵੀ ਕਿਉਂਕਿ ਸਾਡੀਆਂ ਹਾਲੇ ਤੱਕ ਸਾਰੀਆਂ ਸੇਵਾਵਾਂ ਜਿਹੜੀਆਂ ਫ੍ਰੀ ਚੱਲ ਰਹੀਆਂ, ਟੋਟਲੀ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀਆਂ। ਤੇ ਇਹ ਜਿਹੜੇ ਹਸਪੀਟਲ ਦੇ ਵਿੱਚ ਅਸੀਂ ਕੋਵਿਡ ਦੀ ਪਰਮਿਸ਼ਨ ਲੈਣ ਲਈ, ਕੋਵਿਡ ਸੈਂਟਰ ਦੀ ਪਰਮਿਸ਼ਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਜੀ ਨੂੰ ਲੈਟਰ ਲਿਖਤਾ ਹੈਗਾ ਤੇ ਅਸੀਂ ਇੱਥੇ ਜਿਹੜੇ ਜਿਵੇਂ ਸਾਨੂੰ ਅਪਰੂਵਲ ਮਿਲ ਜਾਂਦੀ ਹੈ ਤਾਂ ਲੈਵਲ 2 ਦੇ ਮਰੀਜ਼ਾਂ ਦਾ ਇੱਥੇ ਫ੍ਰੀ ਆਫ ਕੋਸਟ ਇਲਾਜ ਕੀਤਾ ਜਾਊਗਾ। ਇੱਥੇ ਕਿਸੇ ਵੀ ਮਰੀਜ਼ ਤੋਂ ਕੀ ਇਹਦੇ ਵਿੱਚ ਲੈਵਲ 2 ਦੀ ਤੁਸੀਂ ਗੱਲ ਕੀਤੀ ਹੈ, ਸੋ ਕੀ ਇੱਥੇ ਤਿਆਰੀਆਂ ਕੀਤੀਆਂ ਜਾਣਗੀਆਂ? ਜਿਵੇਂ ਕਿ ਸਾਨੂੰ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਇੱਥੇ ਵੱਖਰੇ ਤੌਰ 'ਤੇ ਇੱਕ ਡਾਕਟਰਾਂ ਦੀ ਜਿਹੜੀ ਟੀਮ ਹੈ ਉਹ ਵੀ ਬਣਾਈ ਜਾਵੇਗੀ, ਸੋ ਉਹਨਾਂ ਸਾਰੇ ਇੰਤਜ਼ਾਮਾਂ ਨੂੰ ਲੈ ਕੇ ਕੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ? ਜੀ ਸਾਡੀ ਸਾਰੇ ਜਿਹੜੇ ਕੋਈ ਲੈਵਲ 2 ਫੈਸਿਲਿਟੀ ਵਾਸਤੇ ਜਿਹੜੇ ਕੋਈ ਮੈਡੀਕਲ ਪੈਰਾਮੈਡੀਕਲ ਸਟਾਫ ਦੀ ਜ਼ਰੂਰਤ ਹੁੰਦੀ ਹੈ ਉਹ ਅਸੀਂ ਆਪਦੀ ਸਾਰੀ ਤਿਆਰੀ ਕਰ ਲਈ ਹੈਗੀ ਹੈ। ਅਸੀਂ ਜਿਹੜੇ ਡਾਕਟਰਸ ਹੈਗੇ ਆ, ਸਟਾਫ ਹੈਗਾ, ਉਹ ਅਸੀਂ ਸਾਰਾ ਹਾਇਰ ਕਰ ਚੁੱਕੇ ਹੈਗੇ ਆ ਤੇ ਜਿਵੇਂ ਸਾਨੂੰ ਪਰਮਿਸ਼ਨ ਮਿਲ ਜੂਗੀ ਅਸੀਂ ਇੱਥੇ ਫ੍ਰੀ ਆਫ ਕੋਸਟ ਉਹਨਾਂ ਦਾ ਟ੍ਰੀਟਮੈਂਟ ਕਰਨਾ। ਅਸੀਂ ਕੋਈ ਵੀ ਬੈੱਡ ਚਾਰਜਿਸ ਜਾਂ ਕੋਈ OPD ਸਲਿੱਪ ਸਾਡੀ ਨਹੀਂ ਹੋਊਗੀ, ਕਿਸੇ ਵੀ ਤਰ੍ਹਾਂ ਦੀ ਕੋਈ OPD ਫੀਸ ਨਹੀਂ ਹੋਊਗੀ। ਈਵਨ ਅਸੀਂ ਮਰੀਜ਼ਾਂ ਨੂੰ ਕਿੰਨੇ ਮਰੀਜ਼ਾਂ ਦਾ ਜਿਹੜਾ ਇੱਥੇ ਬੈੱਡਾਂ ਦਾ ਜਿਹੜਾ ਲੱਗ ਚੁੱਕੇ ਨੇ ਤੇ ਕਿੰਨੇ ਦੇ ਫਿਊਚਰ ਦੇ ਵਿੱਚ ਲਗਾਉਣ ਦੀ ਤਿਆਰੀ ਹੈ ਜੀ? ਜੀ ਬਿਲਕੁਲ, ਅਸੀਂ 10 ਬੈੱਡਾਂ ਦੀ ਤਿਆਰੀ ਕਰਤੀ ਹੈਗੀ ਹੈ। ਜਿਵੇਂ ਸਾਨੂੰ 10 ਬੈੱਡਾਂ ਦੀ ਅਪਰੂਵਲ ਮਿਲ ਜਾਂਦੀ ਅਸੀਂ ਉਹਨੂੰ ਸ਼ੁਰੂ ਕਰਨ ਸਾਰੀ ਇਹਨੂੰ ਐਕਸਟੈਂਡ ਕਰਕੇ ਅਸੀਂ ਇਸ ਨੂੰ 40 ਬੈੱਡ ਦਾ ਜਿਹੜਾ ਇੱਥੇ ਹਸਪਤਾਲ ਬਣਾਉਣਾ ਤੇ ਸਾਰਾ ਇਲਾਜ ਇੱਥੇ ਫ੍ਰੀ ਕੀਤਾ ਜਾਊਗਾ। ਠੀਕ ਹੈ ਜੀ। ਤੇ ਇਸ ਦੌਰਾਨ ਜੇ ਫੰਡਿੰਗ ਦੀ ਗੱਲ ਕਰੀਏ ਤਾਂ ਕਿੱਧਰੋਂ ਫੰਡਿੰਗ ਜਿਹੜੀ ਅਰੇਂਜ ਕੀਤੀ ਜਾ ਰਹੀ ਹੈ ਜਾਂ ਕੁਝ ਵੱਖਰੇ, ਕਿਉਂਕਿ ਇੱਕ ਹਸਪਤਾਲ ਚਲਾਉਣਾ ਵੱਡਾ ਕੰਮ ਹੁੰਦਾ ਹੈ ਆਪਣੇ ਆਪ ਦੇ ਵਿੱਚ, ਉਹ ਵੀ ਖਾਸ ਕਰਕੇ ਇੱਕ ਮਹਾਮਾਰੀ ਦੇ ਦੌਰਾਨ, ਤਾਂ ਫੰਡਿੰਗ ਦੇ ਲਈ ਕੀ ਅਰੇਂਜਮੈਂਟ ਕੀਤੇ ਜਾ ਰਹੇ ਨੇ? ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਅਸੀਂ ਕੋਵਿਡ ਨੂੰ ਲੈ ਕੇ ਕੋਈ ਵੀ ਤਿਆਰੀ ਨਹੀਂ ਕੀਤੀ ਸੀਗੀ ਤੇ ਨਾ ਹੀ ਅਸੀਂ ਕਦੀ ਕੋਈ ਜਿਹੜੇ ਅਸੀਂ ਆਪਦਾ ਐਡਾ ਵੱਡਾ ਮਹਾ ਲੰਗਰ ਚਲਾਇਆ ਸੀ ਉਹਨੂੰ ਲੈ ਕੇ ਅਸੀਂ ਕੋਈ ਤਿਆਰੀ ਕੀਤੀ ਸੀਗੀ। ਸਾਡਾ ਇੱਕੋ ਹੀ ਵਿਸ਼ਵਾਸ ਹੈ ਕਿ ਜੋ ਵੀ ਹੋਣਾ ਹੁੰਦਾ ਅਸੀਂ ਤਾਂ ਸਿਰਫ ਇੱਕ ਜਰੀਆ ਹੈਗੇ ਆ। ਲੋਕ ਬੈਠੇ ਹੈਗੇ ਆ, ਉਸ ਅਸੀਂ ਤਾਂ ਮਾਤਰ ਇੱਕ ਜਰੀਆ, ਅਸੀਂ ਸਿਰਫ ਆਪਣੀਆਂ ਕੋਸ਼ਿਸ਼ਾਂ ਕਰਨੀਆਂ ਹੈਗੀਆਂ ਤੇ ਸਾਨੂੰ ਪਤਾ ਹੈ ਵੀ ਜਦੋਂ ਐਡਾ ਵੱਡਾ ਅਸੀਂ ਲੰਗਰ ਚਲਾਇਆ ਤੇ ਹੁਣ ਜਦੋਂ ਅਸੀਂ ਹਸਪੀਟਲ ਚਲਾਉਣ ਦੀ ਗੱਲ ਕੀਤੀ ਤਾਂ ਸਾਨੂੰ ਇੰਨੇ ਦਾਨੀ ਸੱਜਣਾ ਦੇ ਫੋਨ ਆ ਰਹੇ ਹੈ ਵੀ ਤੁਸੀਂ ਸਾਡੇ ਤੋਂ ਫੰਡ ਲੈ ਕੇ ਜਾਓ, ਸਾਡਾ ਇਸ ਯੱਗ ਦੇ ਵਿੱਚ ਸਾਡੀ ਵੀ ਆਹੂਤੀ ਪਵਾਓ, ਸਾਡਾ ਸਹਿਯੋਗ ਲੈ ਕੇ ਜਾਓ। ਤੇ ਲੇਕਿਨ ਅਸੀਂ ਉਹਨਾਂ ਨੂੰ ਆਪ ਖੁਦ ਰੋਕ ਰਹੇ ਹੈਗੇ ਆ ਵੀ ਹਲੇ ਰੁਕ ਜਾਓ, ਜਿਵੇਂ ਪਰਮਿਸ਼ਨ ਆਉਂਦੀ ਹੈ ਤਾਂ ਅਸੀਂ ਤੁਹਾਡਾ ਸਹਿਯੋਗ ਜ਼ਰੂਰ ਲਵਾਂਗੇ। ਪਰਮਿਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਪਰਮਿਸ਼ਨ ਕਿੰਨੇ ਕੁ ਦਿਨਾਂ ਤੱਕ ਉਮੀਦ ਹੈ ਵੀ ਆ ਜਾਏਗੀ ਤੇ ਪਰਮਿਸ਼ਨ ਦੇ ਵਿੱਚ ਕੀ ਕੁਝ ਜਿਹੜਾ ਇਨਕਲੂਡ ਕਰ ਦਿੱਤਾ ਜਾਵੇਗਾ? ਜੀ ਪਰਮਿਸ਼ਨ ਦੇ ਵਿੱਚ ਇੱਕ ਕੋਵਿਡ ਕੇਅਰ ਸੈਂਟਰ ਬਣਾਉਣ ਦੇ ਬਾਅਦ ਲਈ ਮਾਨਯੋਗ ਡਿਪਟੀ ਕਮਿਸ਼ਨਰ ਦੀ ਅਗਵਾਈ ਦੇ ਵਿੱਚ ਬੋਰਡ ਪੈਂਦਾ ਹੈਗਾ, ਜਿਹਦੇ ਵਿੱਚ ਸਿਵਲ ਸਰਜਨ ਤੋਂ ਲੈ ਕੇ ਤਹਿਸੀਲਦਾਰ ਤੋਂ ਲੈ ਕੇ ਹੋਰ ਵੀ ਕਈ ਅੱਡ ਡਿਪਾਰਟਮੈਂਟ ਦੇ ਅਫਸਰ ਹੁੰਦੇ ਆ। ਇਹਨਾਂ ਦੀਆਂ ਕੁਝ ਫਾਰਮੈਲਿਟੀਜ਼ ਹੁੰਦੀਆਂ ਉਹ ਸਾਰੀਆਂ ਚੈੱਕ ਕਰਨ ਤੋਂ ਬਾਅਦ ਜਿਹੜੀ ਇਹ ਪਰਮਿਸ਼ਨ ਦੇ ਦਿੰਦੇ ਆ। ਆਲਮੋਸਟ ਜਿਹੜਾ ਇਹ 3-4 ਦਿਨਾਂ ਦਾ ਪ੍ਰੋਸੈਸ ਹੁੰਦਾ ਹੈਗਾ ਤੇ ਸਾਨੂੰ ਲੱਗਦਾ ਵੀ 1 ਜਾਂ 2 ਦਿਨ ਦੇ ਵਿੱਚ ਸਾਨੂੰ ਇਹ ਪਰਮਿਸ਼ਨ ਲੋਕ ਭਲਾਈ ਕੰਮ ਵਾਸਤੇ ਤਾਂ ਸਾਨੂੰ ਮਿਲ ਹੀ ਜਾਊਗੀ।
ਸੋ ਬਹੁਤ ਬਹੁਤ ਧੰਨਵਾਦ ਸੋਨੂ ਮਹੇਸ਼ਵਰੀ ਦਾ ਜੀ ਦਾ। ਸੋ ਇਹ ਸਨ ਸੋਨੂ ਮਹੇਸ਼ਵਰੀ ਜੀ, ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ, ਜਿਹੜੇ ਕਿ ਲੰਗਰ ਲਗਾਉਣ ਦੀ ਸੇਵਾ ਤੋਂ ਲੈ ਕੇ ਕੋਵਿਡ ਮਰੀਜ਼ਾਂ ਨਾਲ ਜੁੜੀ ਹੋਈ ਲਗਭਗ ਹਰ ਸੇਵਾ ਹੈ ਜਿਹੜੀ ਸੁਸਾਇਟੀ ਨੂੰ ਪ੍ਰਦਾਨ ਕਰ ਰਹੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ।